अस्सलाम वालेकुम जी। ਅੱਜ ਸਾਡੇ ਨਾਲ ਬਾਬਾ ਜੀ ਵਲੀ ਮੁਹੰਮਦ ਅਰਾਈ ਖੂਹ ਡੋਗਰਾਂ ਵਾਲਾ ਤਹਿਸੀਲ ਆਰਿਫ ਵਾਲਾ ਚੱਕ ਨੰਬਰ 76 ਈਵੀ ਦੇ ਰਹਿਣ ਵਾਲੇ ਉਹਨਾਂ ਨਾਲ ਅਸੀਂ ਇੰਟਰਵਿਊ ਕਰਾਂਗੇ। ਇਹ ਜਿਸ ਵੇਲੇ 47 ਦੀ ਵੰਡ ਹੋਈ ਹੈ ਉਸ ਵੇਲੇ ਇਹਨਾਂ ਦੀ ਉਮਰ ਤਕਰੀਬਨ 20 ਸਾਲ ਸੀ, ਯਾਨੀ ਪੂਰੇ ਜਵਾਨ ਸੀ। ਇਹਨਾਂ ਕੋਲੋਂ ਅੱਜ ਕਹਾਣੀ ਸੁਣਦੇ ਹਾਂ ਕਿ ਇਹਨਾਂ ਨੇ ਉੱਥੇ ਰਸਤੇ ਵਿੱਚ ਕੀ ਵੇਖਿਆ ਤੇ ਕਿੱਦਾਂ ਗੱਲਾਂ ਹੋਈਆਂ। अस्सलाम वालेकुम बाबा जी। वालेकुम सलाम। बाबा जी ਇਹਦੇ ਵਿੱਚ ਬੋਲਣਾ ਤੁਸੀਂ ਆ ਕੁੜੀ ਜਿਸ ਵੇਲੇ ਅੱਗੇ ਕਰਾਂ। अच्छा ਹਾਂਜੀ ਬਾਬਾ ਜੀ ਹੁਣ ਸਾਨੂੰ ਦੱਸੋ ਤੁਸੀਂ ਬਾਬਾ ਜੀ ਹੁਣ ਸਾਨੂੰ ਦੱਸੋ ਤੁਹਾਡਾ ਪੂਰਾ ਨਾਮ ਕੀ ਹੈ ਤੇ ਤੁਹਾਡਾ ਪਿੱਛੇ ਚੱਕ ਕਿਹੜਾ ਸੀ, ਕਿਹੜਾ ਸ਼ਹਿਰ ਸੀ ਤੇ ਕਿਹੜਾ ਪਿੰਡ ਸੀ? साडा ਹਾਂਜੀ शाहकोट पिंड सीगा ते ओदा सीगा शाहकोट दा नकोदर भी सीगा ਅੱਛਾ पिंड शहर नकोदर वड्डा शहर शाहकोट छोटा सीगा। ਅੱਛਾ ਆਸੇ ਪਾਸੇ ਵਾਲੇ ਪਿੰਡ ਕਿਹੜੇ ਕਿਹੜੇ ਸੀ? आसे पासे सीगा फगरूवाल सांदा बहुपुरा रामपुरा बहुपुरा पद्मा दानेयाल गिलरा बहु गिलरा सीगियां और चड्डोवाल। ਅੱਛਾ ਤੁਸੀਂ ਆਪਣੇ ਪਿੰਡ ਦਾ ਨਾਮ ਕੀ ਦੱਸਿਆ? साढ़े पिंड का कोई पुछया ही नहीं। चाचोवाल साडा पिंड चाचोवाल सीगा। ਚਾਚੋਵਾਲ ਦੇ ਵਿੱਚ ਹਿੰਦੂ ਤੇ ਮੁਸਲਮਾਨ ਸਾਰੇ ਹੀ ਰਹਿੰਦੇ ਸੀ, ਸਿੱਖ? उत्ते कोई नहीं थी हिंदू मुसलमान ही सब, कोई कौम भी नहीं थी उस पिंड च सवार आइया तो। ਅੱਛਾ ਰਾਈਆਂ ਦਾ ਪਿੰਡ ਸੀ ਤੇ ਉੱਥੇ ਜ਼ਿਆਦਾਤਰ ਲੋਕ ਕੀ ਕਰਦੇ ਸੀ? वाही करते ਤੁਹਾਡੇ ਕਿੰਨੇ ਭੈਣ ਭਾਈ ਸੀ ਉੱਥੇ ਤੁਸੀਂ? असी उत्ते सीगे 5 भरा। ਤੁਹਾਡੇ ਤੋਂ ਵੱਡੇ ਵੀ ਸੀ? वड्डे 3 वड्डे सीगे 2 छोटे। ਉਹ 3 ਵੱਡੇ ਹੁਣ ਕਿੱਥੇ ਰਹਿੰਦੇ ਜਾਂ ਫੌਤ ਹੋ ਗਏ? वो तो गए ਅੱਛਾ ਤੁਸੀਂ ਉੱਥੋਂ ਜਿਸ ਵੇਲੇ ਟੁਰੇ ਹੋ ਤਾਂ ਸਾਰੇ ਖੈਰ ਖਰੀਅਤ ਨਾਲ ਪਹੁੰਚ ਗਏ ਸੀ? सब आ गए। ਸਭ ਵਾਪਸ ਆ ਗਏ ਸੀ? हाँ उत्ते असी बैठे रहे महलपुर 2.5 महीने। ਅੱਛਾ कैंप लग गया साडा इन्हां 5-7 पिंडां दा। ਅੱਛਾ ਜਿਹੜੇ ਤੁਹਾਡੇ ਪਿੰਡ ਦੇ ਚੜ੍ਹਵੇਂ ਨਾਂ ਸੀ, ਜਿਹੜੇ ਮਸ਼ਹੂਰ ਨਾਮ ਸੀ, ਨੰਬਰਦਾਰ ਕੌਣ ਸੀ, ਕਿੰਨੇ ਨੰਬਰਦਾਰ ਸੀ ਇਹ ਵੀ ਦੱਸੋ। नंबरदार इक्को सीगा ਅੱਛਾ ते एक नंबरदार सीगा ग्राम जरानी। ਉਸ ਪਿੰਡ ਦਾ ਨੰਬਰਦਾਰ ਕਿਹੜਾ ਸੀ, ਨਾਮ ਕੀ ਦੱਸਿਆ ਤੁਸੀਂ? ग्राम जरानी ਗੁਲਾਮ ਜਲਾਨੀ। ਅੱਛਾ ਤੇ ਤੁਸੀਂ ਉੱਥੇ ਜਿਸ ਵੇਲੇ ਚੱਲੇ ਹੋ ਤੇ ਕਿੰਨੇ ਬੰਦੇ ਚੱਲੇ ਹੋ ਉੱਥੋਂ, ਕਿੰਨੇ ਦਾ ਕਾਫਲਾ ਸੀ ਤੇ ਰਸਤੇ ਵਿੱਚ ਕਿਹੜੀ ਗੱਲ ਤੁਹਾਨੂੰ ਪੇਸ਼ ਆਈ, ਹੁਣ ਸਾਨੂੰ ਤਫਸੀਲ ਨਾਲ ਦੱਸ ਦਿਓ। साडे कोई गल नहीं पेश आई। उत्थे चुप करके तुरे तो उन्हां पिंडां दे विच दी आण के महलपुर आण के बह गए ते नाल पिंड दी शाहपुरा जिथे बैठे उत्थे लिया के लोगों ने कैंप लग गया। उत्थे सीगा एक नागा लंबरदार नागा साहब सीगा, ਉਹਦਾ ਪੈਦਾ ਹੁੰਦਾ कैंप ਦੇ। एक गेड़ा रोज मारना सी वो कैंप से भी कोई गड़बड़ तो नहीं गई। फिर गड़बड़ हुई, फिर उन्होंने क्या और तोड़ लियो कैंप नूं, खतरा हो गया दुनिया नूं तोड़ो। सिख ते ਉਹ ਜਿਹੜੇ ਡੋਗਰੇ ਸੀਗੇ ਉਹ ਰਲ ਕੇ ਫੈਰ ਉਹਨਾਂ ਨੇ ਕੀਤੇ। ਅੱਛਾ ਤੁਹਾਡਾ ਉੱਥੇ ਕੋਈ ਸਿੱਖ ਬੇਲੀ ਵੀ ਹੈ ਸੀ ਜਾਂ ਹਿੰਦੂ? ਸਾਡੇ ਹਾਂਜੀ ਉਹ ਬੇਲੀ ਕਾਹਦੇ ਲਾਏ ਉਦੋਂ? ਬੇਲੀ ਸੀਗੇ ਇੱਕ ਇਹਨਾਂ ਕੋਲ ਅਸੀਂ ਜ਼ਮੀਨ ਲਈ ਠੇਕੇ 'ਤੇ। ਅੱਛਾ
ਤਾਂ ਸੀਗਾ ਉਹ 10 ਦਾ 4 14 ਕਨਾਲ ਹੋ ਗਿਆ। ਹਾਂਜੀ 14 ਕਨਾਲ ਪੈ ਗਏ ਜੀ ਠੇਕੇ ਦੇ। ਅੱਛਾ ਇੱਕ ਸੀਗੇ 2 ਭਰਾ, ਉਹਨਾਂ ਦੀ ਅਸੀਂ ਵਾਹੁੰਦੇ ਰਹੇ, ਉਹਦਾ ਰਾਹ ਗਈ ਵਾਹੁੰਦੇ ਬੀਜੀ ਵਾਈ ਛੱਡਿਆ ਆ। ਅੱਛਾ ਹਾਂ। ਅੱਛਾ, ਉੱਥੋਂ ਤੁਹਾਨੂੰ ਕਿੱਦਾਂ ਪਤਾ ਲੱਗਾ ਵੀ ਪਿੰਡ ਆਪਣਾ ਛੱਡਣ ਨੂੰ ਦਿਲ ਤੇ ਨਹੀਂ ਕਰਦਾ, ਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਵੀ, ਤੁਹਾਨੂੰ ਕਿਹਨੇ ਦੱਸਿਆ ਵੀ ਹਾਲਾਤ ਖ਼ਰਾਬ ਹੋ ਗਏ, ਪਾਕਿਸਤਾਨ ਬਣ ਗਿਆ ਤੇ ਇੱਧਰ ਆ ਜਾਓ? ਇਹ ਉੱਦਾਂ ਹੀ ਗੜਬੜ ਹੋ ਗਈ, ਦੁਨੀਆ ਵੱਢ ਵਟਾਕਾ ਹੋਣ ਲੱਗ ਪਿਆ ਅੱਛਾ ਪਿੰਡਾਂ 'ਚ। ਚਲਾ ਉੱਥੇ ਮੀਆਂ ਦਾ ਸੀਗਾ, ਅੱਛਾ ਮੀਆਂ ਦਾ ਸੀ ਅਸਲਾਮ। ਉਹਨੇ ਚੜਾਈ ਕੀਤੀ ਤਾਂ 5-6 ਪਿੰਡ ਸਾਡੇ ਸਿੱਖਾਂ ਦੇ ਅੱਛਾ ਅੱਗਾਂ ਲਾਈਆਂ। ਅੱਛਾ ਮੁੜ ਕੇ ਉਹਨੂੰ ਅੱਗੋਂ ਕੇ ਹੁਣ ਆ ਕੇ ਜਿਵੇਂ ਰਾਤ ਆ ਗਈ, ਹੁਣ ਨਹੀਂ ਚੜਾਈ ਕਰਨੀ ਅੱਜ। ਤਾਂ ਉਹ ਫਿਰ ਸਿੱਖਾਂ ਨੇ ਸੀਗਾ, ਥਾਣੇਦਾਰ ਸੀਗਾ ਸਾਡੇ ਜਿਹੜਾ। ਅੱਛਾ ਜਦੋਂ ਕਿਹਾ ਨਾ ਵੀ ਇੱਧਰ ਨੌਕਰੀ ਕਰਨੀ ਜਾਂ ਉੱਧਰ ਜਾਣਾ, ਉਹਨੇ ਕਿਹਾ ਮੈਂ ਇੱਧਰ ਕਰਨੀ ਹੈ ਅੱਛਾ ਹਿੰਦੁਸਤਾਨ 'ਚ। ਉਹਨੂੰ ਫਿਰ ਸਿੱਖ ਕਹਿਣ ਲੱਗੇ ਵੀ ਅਸੀਂ ਤੈਨੂੰ ਮਾਰ ਦਿਆਂਗੇ, ਤੇਰਾ ਜੀਆ ਜੀ ਤੇ ਇੱਕ ਨਹੀਂ ਜਾਣ ਦੇਣਾ, ਅੱਛਾ ਤੇ ਸਾਨੂੰ ਉਹ ਅਸਲਾਮ ਸੱਦ ਕੇ ਅੱਛਾ ਦਿਖਾਣ ਕਿਹੜਾ। ਉਹਨੇ ਅਸਲਾਮ ਨੂੰ ਸੁਨੇਹਾ ਘੱਲਿਆ ਵੀ ਆ ਜਾ ਮੇਰੇ ਕੋ, ਮੈਂ ਚਲੇ ਜਾਣਾ ਤੇ ਤੂੰ ਉਸ ਅਰਦਾਸ ਆ ਜਾ। ਅੱਛਾ ਉਹ ਗਿਆ ਥਾਣੇ ਜਾ ਕੇ ਤੇ ਉਤਰਿਆ, ਕੁੜੀ ਦੇ ਇੱਕ ਪੈਰ ਥੱਲੇ ਸੀਗਾ, ਹਾਲੇ ਤੇ ਕੁੱਤੇ ਸੀ। ਅੱਛਾ ਉਦੋਂ ਉਹਨਾਂ ਗੋਲੀ ਮਾਰੀ ਤੇ ਬਸ ਮਾਰ ਦਿੱਤਾ। ਅੱਛਾ ਮਾਰ ਦਿੱਤਾ ਨਾ ਫਿਰ ਉਹ ਸਾਰੇ ਜਿਹੜੇ ਸੀ ਨਾ ਦੁਨੀਆ ਲੋਕੀ ਭੱਜ ਕੇ ਚੱਕਰ ਗਏ, ਉਹਨਾਂ ਨੇ ਚੱਕਰ ਨਹੀਂ ਦਿੱਤਾ, ਅਸੀਂ ਨਹੀਂ ਚੱਕਰ ਦੇਣਾ ਤੁਹਾਨੂੰ। ਫਿਰ ਸਾਰੀ ਦੁਨੀਆ ਜਿਹੜੇ ਪਿੰਡ ਸੀ ਸਾਰੇ ਇੱਕੇ ਨਹੀਂ ਉੱਠ ਖੜੋਏ, ਅੱਛਾ ਇੱਕੇ ਦਿਨ ਹੀ ਇੱਕੇ ਰਾਤ ਉੱਠ ਕੇ ਵਿਹਲੇ ਹੋ ਕੇ ਕਰ ਦਿੱਤੇ ਪਿੰਡ। ਤੇ ਤੁਰ ਕੇ ਤਾਂ ਆ ਕੇ ਤਾਂ ਇੱਥੇ ਆ ਕੇ ਨਕੋਦਰ ਦੇ ਦਾ ਮਹਿਲਪੁਰ ਦੇ ਸਾਡੇ 'ਚ ਜਿਹੜਾ ਸੀ ਸੜਕ, ਉੱਥੇ ਕੈਂਪ ਲਾ ਲਿਆ। ਅੱਛਾ ਉੱਥੋਂ ਬਾਅਦ ਫਿਰ ਤੁਸੀਂ ਕਿੱਥੇ ਆਏ ਹੋ? ਉਸ ਤੋਂ ਬਾਅਦ ਕਿਤੇ ਵੀ ਨਹੀਂ ਆਏ, ਉਸ ਤੋਂ ਬਾਅਦ ਚੋਰੀ ਆਏ ਸਾਨੂੰ, ਅੱਛਾ ਤੇ ਇੱਥੇ ਆ ਗਏ ਆਪਣੇ ਲਾਹੌਰ ਆ ਗਏ। ਰਸਤੇ ਵਿੱਚ ਖਾਣ ਪੀਣ ਦਾ ਮਸਲਾ, ਬੱਚਿਆਂ ਦਾ ਮਸਲਾ, ਤੁਹਾਡੇ ਨਾਲ ਬੱਚੇ ਵੀ ਆਏ ਸੀ, ਤੁਸੀਂ ਵਿਆਹੇ ਵਰੇ ਸੀ ਜਾਂ ਇੱਥੇ ਆ ਕੇ ਸ਼ਾਦੀ ਹੋਈ ਸੀ? ਤੇ ਉਹ ਬੱਚੇ ਜਿਹੜੇ ਸੀ ਨਾ, ਉਹ ਗੱਡੀ ਦੇ ਕੇ ਆਉਣਾ, ਗੱਡੀ ਜਾਣੀ, ਉਹ ਗੱਡੀ ਛੱਡ ਜਾਓ, ਚੜ੍ਹ ਜਾਣ ਬੱਚੇ। ਜਦੋਂ ਬੱਚੇ ਛੱਡਿਆ ਹੈ ਨਾ, ਗੱਡੇ ਤਰਫ ਆ ਗਏ ਅੱਛਾ ਕੋਈ ਇੱਕ ਵਜਨ ਕਰ ਲਈ, ਤੇ ਉਹਨਾਂ ਨੇ ਕਿਹਾ ਵੀ ਗੱਡੀ, ਅਗਲਿਆਂ ਨੇ ਕਿਹਾ ਅਸੀਂ ਵੱਢ ਕੇ ਜਾਣ ਦੇਣੀ ਹੈ। ਅੱਛਾ ਅਸੀਂ ਸਾਡੀ ਵੱਡੀ ਹੈ ਮੁਸਲਮਾਨਾਂ, ਅਸੀਂ ਮੁਸਲਮਾਨਾਂ ਨੂੰ ਵੱਢਣਾ, ਅਸੀਂ ਨਹੀਂ ਜਾਣ ਦੇਣਾ। ਫਿਰ ਉੱਥੋਂ ਅਗਲਿਆਂ ਨੇ ਕਿਹਾ ਵੀ ਚਲੋ ਤੁਸੀਂ ਹਾਲੇ ਬੈਠੋ। ਲੋਕਾਂ ਨੂੰ ਕਿਹਾ ਜਦੋਂ ਸੁਲਾਹ ਹੋਊਗੀ ਨਾ ਤੇ ਫੇਰ ਕਰ ਲਾਂਗੇ, ਜਾਣਗੇ ਤੁਸੀਂ। ਫਿਰ ਬਹਿ ਗਏ, ਫਿਰ ਉਹ 6-7 ਦਿਨ ਬੈਠੇ ਰਹੇ ਲੋਕੀ ਅੱਛਾ ਜਿਹੜੇ ਗੱਡੀ ਦੇ ਆਉਣੇ। ਅੱਛਾ ਫਿਰ 6-7 ਦਿਨ ਸੁਲਾਹ ਹੋਈ, ਫਿਰ ਆਖਿਆ ਆ ਜਾਓ ਥੋੜ੍ਹਾ ਚੜ੍ਹ ਜਾਓ। ਫਿਰ ਲੋਕੀ ਗੱਡੀ ਚੜ੍ਹ ਗਏ, ਚੜ੍ਹ ਕੇ ਤਾਂ ਆ ਗਏ ਇੱਧਰ। ਅੱਛਾ ਤੁਸੀਂ ਆਪਣੇ ਬੇਲੀ ਦਾ ਜਿਹਦੇ ਕੋਲ ਸਿੱਖਾਂ ਕੋਲੋਂ ਤੁਸੀਂ ਜ਼ਮੀਨ ਲਈ ਸੀ, ਉਹਦਾ ਨਾਮ ਨਹੀਂ ਦੱਸਿਆ? ਉਹ ਨਾਂ ਰੱਖਾ ਸੀਗਾ, ਰੱਖਾ ਸਿੰਘ। ਹਾਂ ਸੀਗਾ ਸੰਡਾਵਾਲ ਦਾ। ਕਿਹੜੇ ਚੱਕ ਦਾ? ਸੰਡਾਵਾਲ ਪਿੰਡ ਸੀ, ਸੰਡਾਵਾਲ। ਸੰਡਾਵਾਲ। ਅੱਛਾ ਸੰਡਾਵਾਲ ਦਾ ਸੀ ਉਹ। ਹਾਂ ਸੰਡਾਵਾਲ। ਅੱਛਾ ਉੱਥੋਂ ਤੁਸੀਂ ਆ ਕੇ ਸਿੱਧੇ ਇੱਥੇ ਖੂਹ ਡੋਗਰਾਂ ਵਾਲੇ ਤੇ 76 ਵੀ ਵਿੱਚ ਤੇ ਨਹੀਂ ਬੈਠੇ, ਤੁਸੀਂ ਇੱਥੇ ਕਿਹੜੇ ਪਿੰਡ ਵਿੱਚ ਆਏ ਸੀ? ਉੱਥੋਂ ਆ ਕੇ ਕਿਹੜੇ ਸ਼ਹਿਰ ਵਿੱਚ ਤੇ ਕਿਹੜੇ ਪਿੰਡ ਵਿੱਚ ਆਏ ਸੀ ਸਿੱਧੇ? ਅਸੀਂ ਆ ਕੇ ਬੈਠੇ ਮਲਕੇ ਹਾਲ। ਮਲਕਾ ਹਾਂਸ। ਹਾਂ ਅੱਛਾ ਉੱਥੋਂ ਫਿਰ ਇੱਥੇ ਆ ਗਏ। ਅੱਛਾ ਉੱਥੋਂ ਫਤਿਹਗੜ੍ਹ ਦਾ ਇੱਥੇ ਦੇਸ਼ ਵੀ ਖੂਹ ਹੁੰਦੇ ਸੀ ਨਾ ਸਾਡੇ, ਉੱਥੇ ਵੀ ਖੂਹ ਆਉਂਦੇ ਆ, ਇੱਥੇ ਵੀ ਖੂਹ ਆ। ਉਹ ਸ਼ਵਾਈ ਸੀ ਨਾ, ਇੱਥੋਂ
ਹੋਰ ਤੇ ਬਈ ਕਿਤੇ ਅੱਛਾ ਉਹ ਤੋਂ ਉੱਠ ਕੇ ਤੇ ਇੱਥੇ ਆ ਗਏ ਬਸ ਇੱਥੇ ਆਣ ਬੈਠੇ ਅੱਛਾ ਚਲੋ ਇਸ ਤੋਂ ਇਲਾਵਾ ਹੋਰ ਕੋਈ ਗੱਲ ਕਰਨੀ ਹੋਵੇ ਤੇ ਇਸ ਤੋਂ ਇਲਾਵਾ ਹੋਰ ਕੀ ਆ ਇਹੋ ਜਿਹਾ ਵੀ ਚਲੋ ਆਪਦੀ ਵਾਹੀ ਜੁੱਤੀ ਕਰਦੇ ਰਹੇ ਗੁਜ਼ਾਰਾ ਕਰਦੇ ਰਹੇ ਇੱਥੇ ਦੇ ਹਾਲਾਤ ਚੰਗੇ ਸੀ ਜਾਂ ਉੱਥੇ ਦੇ ਚੰਗੇ ਸੀ ਉੱਥੇ ਦੇ ਚੰਗੇ ਸੀਗੇ ਵੰਡ ਜਿਹੜੀ ਹੋਈ ਹੈ ਸਹੀ ਹੋਈ ਜਾਂ ਗਲਤ ਹੋਈ ਇਹ ਗਲਤ ਹੋਈ ਆ ਅੱਛਾ ਤੁਸੀਂ ਵੰਡ ਨੂੰ ਗਲਤ ਕਹਿੰਦੇ ਹੋ ਯਾਨੀ ਮੁਸਲਮਾਨਾਂ ਨੂੰ ਉੱਥੇ ਹੀ ਰਹਿਣਾ ਚਾਹੀਦਾ ਸੀ ਰਹਿਣਾ ਕਿਉਂ ਚਾਹੀਦਾ ਸੀ ਗਲਤ ਹੋਈ ਉਹਨਾਂ ਨੇ ਰਿਸ਼ਵਤ ਲੈ ਕੇ ਜ਼ਿਲ੍ਹੇ ਦੇ ਦਿੱਤੇ ਅੱਛਾ ਰਿਸ਼ਵਤ ਲੈ ਕੇ ਹਿੰਦੂਆਂ ਨੂੰ ਜ਼ਿਲ੍ਹੇ ਦੇ ਦਿੱਤੇ 5 ਕਿ 4 ਜ਼ਿਲ੍ਹੇ ਜਿਹੜੇ ਸੀ ਨਾ ਅੱਛਾ ਉਹ ਰਿਸ਼ਵਤ ਨਾ ਗਏ ਉੱਧਰ ਅੱਛਾ ਨਕੋਦਰ ਦਾ ਜ਼ਿਲ੍ਹਾ ਕਿਹੜਾ ਸੀ ਨਕੋਦਰ ਸ਼ਹਿਰ ਹੀ ਸੀਗਾ ਜ਼ਿਲ੍ਹਾ ਉਹ ਜਲੰਧਰ ਦਾ ਸੀਗਾ ਅੱਛਾ ਤੁਸੀਂ ਜਲੰਧਰ ਹੀ ਹੋ ਇਹਦਾ ਮਤਲਬ ਹੈ ਸਾਡੇ ਤਾਂ 20 ਕੋ ਜਲੰਧਰ ਸੀਗਾ ਅੱਛਾ 20 ਕੋ ਤੇ ਜਲੰਧਰ ਸੀ ਨਕੋਦਰ ਛੇ ਕੋ ਸੀਗਾ ਅੱਛਾ ਮਹਿਦਪੁਰ ਜਿਹੜਾ ਸੀ ਉਹ 5-4 ਕੋ ਤੇ ਜਿਹੜਾ ਸੀਗਾ ਸ਼ਾਹਕੋਟ ਉਹ 2.5 ਮੀਲ ਸੀ ਸਾਡੇ ਪਿੰਡ ਤੋਂ ਅੱਛਾ ਰਾਹ ਵਿੱਚ ਤੁਸੀਂ ਆਪਣੀ ਰੋਟੀ ਤਾਂ ਨਹੀਂ ਨਾਲ ਲੈ ਗਏ ਹੋਣੇ ਕੀ ਖਾਂਦੇ ਰਹੇ ਹੋ ਇੰਨੇ ਦਿਨ ਆਪ ਹੀ ਗੱਡਿਆਂ ਦੇ ਦਾਣੇ ਰੱਖ ਰਹੇ ਆਟਾ ਰੱਖ ਲਿਆ ਉਦੋਂ ਪਹਿਲੋਂ ਅੱਛਾ ਜਾਂ ਪਿੰਡਾਂ ਤੋਂ ਨਿਕਲੇ ਲੋਕੀ ਅੱਛਾ ਉਹ ਰੱਖ ਕੇ ਤੇ ਲੈ ਆਉਂਦਾ ਕੋਈ ਛੱਡ ਕੇ ਲੋਕੀ ਉੱਧਰ ਆ ਗਏ ਸੀਗੇ ਮੁਸਲਮਾਨਾਂ ਦੇ ਪਿੰਡ ਅੱਛਾ ਤੇ ਉਹ ਤੋਂ ਪਿੱਛੋਂ ਜੋ ਹੋਰ ਸਭ ਪਿੰਡਾਂ ਤੋਂ ਜਾ ਕੇ ਦਾਣੇ ਲੈ ਆਉਣੇ ਲੋਕਾਂ ਦੇ ਘਰਾਂ ਤੋਂ ਫਿਰ ਹੌਲੀ ਹੌਲੀ ਅਗਲੇ ਨੇ ਕੋਲ ਲੈ ਜਿਹੜੇ ਸੀ ਨਾ ਪਿੰਡ ਹਾਂਜੀ ਕੋਈ 5-10 ਪਿੰਡਾਂ 'ਚ ਇੱਕ ਪਿੰਡ ਸੀ ਜੀ ਹਾਂਜੀ ਹਿੰਦੂਆਂ ਦਾ ਬਾਕੀ ਮੁਸਲਮਾਨਾਂ ਸੀ ਅੱਛਾ ਚਲੋ ਦਾਣਾ ਦੂਣਾ ਆਟਾ ਆ ਚੱਕੀਆਂ ਫੱਟ ਲਿਆਂਦੀਆਂ ਪਿੰਡਾਂ ਤੋਂ ਉਹ ਲਿਆ ਕੇ ਕੈਂਪ 'ਚ ਰੱਖ ਲਈਆਂ ਲਾ ਲਈਆਂ ਅੱਛਾ ਆਟਾ ਥਾਲੀਆਂ ਅੱਛਾ ਉਹ ਜਿਹੜਾ ਆਟਾ ਪੀ ਕੇ ਦਾ ਬਣਾ ਲੈਣਾ ਅੱਛਾ ਪੁੱਠੇ ਜਿਹੜੇ ਸੀਗੇ ਉਹ ਡੰਗਰਾਂ ਦੇ ਉਹਦੇ ਵੱਢ ਕੇ ਲਿਆਉਣੇ ਲਾਭੋ ਅੱਛਾ ਟਰੱਕ 5 ਕੋਹਾਂ ਦੇ ਕੈਂਪ ਤੋਂ 5 ਮੀਲਾਂ ਤੇ ਹੀ ਉੱਪੜ ਗਿਆ ਸੀਗਾ ਅੱਛਾ ਫਿਰ ਉਹਨਾਂ ਨੇ ਕਿਹਾ ਵੀ ਜਿਹੜੇ ਆਉਣਗੇ ਉਹ ਕੀ ਖਾਣਗੇ ਸਿੱਖ ਕਹਿੰਦੇ ਆਉਣਗੇ ਨਾ ਫਿਰ ਉਹ ਲਾਪਾ ਜਿਹੜੇ ਡੋਗਰੇ ਦੇ ਨਾ ਹੂੰ ਉਹ ਫਿਰ ਘਾਹ ਖਿਲਾਉਣ ਲੱਗ ਪਏ ਅੱਛਾ ਚਲੋ ਹੁਣ ਲੋਕਾਂ ਨੂੰ ਕਹਿਣਾ ਕੈਂਪ 'ਚ ਕੁਛ ਉਹਨਾਂ ਦੇ ਅੱਗੇ ਹੋ ਜਾਣਾ ਕੈਂਪ ਦੇ ਕੋਈ ਪਿੱਛੇ ਹੋ ਜਾਣਾ ਉਹਨਾਂ ਦੇ ਲੋਕਾਂ ਦੇ ਹੂੰ ਤੇ ਘਾਹ ਲੈ ਜਾਣਾ ਕੋਈ ਬਣਾਉਣ ਜਦ ਦੇਖਿਆ ਘਾਹ ਵੜ ਲਿਆ ਵੀ ਪੱਡਾ ਇਹਦੀਆਂ ਬਣ ਗਈਆਂ ਫਿਰ ਉਹਨਾਂ ਸੀਟੀਆਂ ਮਾਰਨੀਆਂ ਵੀ ਚਲੋ ਬਈ ਚੁੱਕਣਾ ਪੱਡਾ ਵੀ ਚਲ ਪਾ ਕੈਂਪ ਨੂੰ ਫਿਰ ਕੈਂਪ ਚਲਾਇਆ ਫਿਰ ਇੱਦਾਂ ਪੱਠੇ ਪਾਉਂਦੇ ਨੇ ਘਾਹ ਮਲ ਗਿਆ ਉਹ ਮੱਕੀਆਂ ਕਮਾਦ ਸਭ ਕੁਝ ਜਿਹੜਾ ਸੀ ਨਾ ਉੱਤੋਂ ਵੱਢ ਕੇ ਲਈ ਆਏ ਉੱਥੇ ਘਾਹ ਵੀ ਬਹੁਤ ਪੈਂਦਾ ਵੀ ਸਵੇਰ ਨੂੰ ਰੋਜ਼ ਪੈਂਦਾ ਸੀ ਪੈਣਾ ਇੱਦਾਂ ਦਬਲ ਕੇ ਦਬਲ ਦਾ ਵੀ ਪੈਣਾ ਫਿਰ ਉਹ ਮਟਾੜ ਜਾਣਾ ਸਭ ਨਿਕਲ ਆਉਣੀ ਅੱਛਾ ਹਾਂ ਚਲੋ ਠੀਕ ਹੈ ਬਾਬਾ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਇਹ ਸੀ ਬਾਬਾ ਜੀ ਵਲੀ ਮੁਹੰਮਦ ਜਿਨ੍ਹਾਂ ਦਾ ਅਸੀਂ ਇੰਟਰਵਿਊ ਕਰ ਰਹੇ ਸੀ ਅੱਜ ਇਹ ਸਨ 47 ਦੀ ਵੰਡ ਇਹਨਾਂ ਨੇ ਆਪਣੀਆਂ ਅੱਖਾਂ ਨਾਲ ਵੇਖੀ ਲੇਕਿਨ ਇਹਨਾਂ ਦਾ ਕੈਂਪ ਆਰਾਮ ਨਾਲ ਆ ਗਿਆ ਸੀ ਲੇਕਿਨ ਇਹਨਾਂ ਦੇ ਜ਼ਿਹਨ ਵਿੱਚ ਹਾਲੇ ਤਾਈਂ ਵੀ ਉਸੇ ਦੇਸ਼ ਦਾ ਪਿਆਰ ਬਾਕੀ ਹੈ ਇਹ ਕਹਿੰਦੇ ਨੇ ਕਿ ਸਨ 47 ਦੀ ਵੰਡ ਸਹੀ ਨਹੀਂ ਹੋਈ ਸਨ 47 ਦੀ ਵੰਡ ਇਵੇਂ ਹੋਣੀ ਚਾਹੀਦੀ ਸੀ ਕਿ ਮੁਸਲਮਾਨਾਂ ਨੂੰ ਜ਼ਿਆਦਾ ਜ਼ਿਲ੍ਹੇ ਮਿਲਣੇ ਚਾਹੀਦੇ ਸੀ ਉਹ ਜ਼ਿਲ੍ਹੇ ਜਿਨ੍ਹਾਂ ਵਿੱਚ ਮੁਸਲਮਾਨਾਂ ਦੀ ਅਕਸਰੀਅਤ ਸੀ ਉਹ ਜ਼ਿਲ੍ਹੇ ਵੀ ਹਿੰਦੂਆਂ ਨੂੰ ਮਿਲ ਗਏ ਜਿਹਦੀ ਵਜ੍ਹਾ ਤੋਂ ਬਹੁਤ ਸਾਰੀਆਂ ਮੁਸ਼ਕਲਾਤ ਦਾ ਮਿਲ ਗਏ ਸੀਗੇ ਜ਼ਿਲ੍ਹੇ ਮੁੜ ਕੇ ਇਹਨਾਂ ਨੇ ਉਹਨਾਂ ਕਿਹਾ ਸਾਡੇ ਹਿੰਦੂਆਂ ਨੇ ਸਾਡੇ ਕੋਲ ਕੀ ਰਿਹਾ ਜਲੰਧਰ ਅੰਮ੍ਰਿਤਸਰ ਫਿਰ ਹੋਰ ਜਿਹੜੇ ਜ਼ਿਲ੍ਹੇ ਆ ਹੁਸ਼ਿਆਰਪੁਰ ਫਿਰੋਜ਼ਪੁਰ ਗੁਰਦਾਸਪੁਰ ਇਹ ਜ਼ਿਲ੍ਹੇ ਸੀਗੇ ਇਹ ਮੁਸਲਮਾਨਾਂ ਨੂੰ